ਅਸਲਾਮੁਅਲੈकुम ਦੋਸਤੋ। ਡੇਲੀ ਸਵੇਲ ਬੈਠਕ ਦੇ ਨਾਲ ਮੈਂ ਹਾਂ ਤੁਹਾਡਾ ਦੋਸਤ, ਤੁਹਾਡਾ ਹੋਸਟ ਗਜ਼ਨਫਰ ਅब्बास। ਅੱਜ ਤੋਂ ਇੱਕ ਨਵਾਂ ਸਿਲਸਿਲਾ ਸ਼ੁਰੂ ਕਰਨੇ ਪਏ ਹਾਂ ਬੈਠਕ ਦੇ ਵਿੱਚ। ਤੁਹਾਡੇ ਨਾਲ ਮੈਂ ਵਾਅਦਾ ਕੀਤਾ ਹੈ ਸਹੀ ਰਿਫਤ ਅब्बास ਦਾ ਨਾਵਲ ਲੂਣ ਦਾ ਜੀਵਨ ਘਰ ਛਪ ਕੇ ਜਿਹੜੇ ਵੇਲੇ ਆਸੀ ਮੈਂ ਤੁਹਾਡੇ ਨਾਲ ਸਾਂਝਾ ਕਰੇ ਸਾਂ। ਤੇ ਅੱਜ ਤੋਂ ਅਸਾਂ ਇਹ ਨਾਵਲ ਸ਼ੁਰੂ ਕਰੇ ਸੂੰ। ਰਿਫਤ ਅब्बास ਸਹੀ ਦਾ ਇਹ ਨਾਵਲ 16 ਹਿੱਸਿਆਂ ਵਿੱਚ ਹੈ, 16 ਦਰਿਆਂ ਦੇ ਵਿੱਚ ਹੈ, ਯਾਨੀ ਕਿ 16 ਬਾਬ ਹਨ ਇਹ ਨਾਵਲ ਦੇ, ਜਿਨ੍ਹਾਂ ਕੋ ਰਿਫਤ ਸਹੀ ਨੇ ਇਹ ਨਾਵਲ ਦੇ ਇਹ ਕਥਾ ਦੇ ਕਾਥੀ ਨੇ 16 ਦਰਿਆਂ ਦਾ ਨਾਮ ਦਿੱਤੇ। ਤੇ ਅੱਜ ਮੈਂ ਤੁਸਾਂ ਦੋਸਤਾਂ ਦੇ ਨਾਲ ਲੂਣ ਦਾ ਜੀਵਨ ਘਰ ਦੀ ਪਹਿਲੀ ਦਰੀ ਸਾਂਝੀ ਕਰੇ ਸਾਂ। ਤੇ ਨਾਲ ਨਾਲ ਮੈਂ ਚਾਹਾਂ ਕਿ ਦੋਸਤ शरीक थी वन ई ਜਿਹੜੀ ਸਾਰੀ ਸਟ੍ਰੀਮ ਹੈ, ਸਾਰਾ ਲਾਈਵ ਜਿਹੜੀ ਵੀਡੀਓ ਹੈ ਕੁਝ ਸ਼ੇਅਰ ਵੀ ਕਰਨ ਤਾਂ ਕਿ ਇਹ ਕਹਾਣੀ ਇਹ ਨਾਵਲ ਬਾਕੀ ਦੋਸਤਾਂ ਤਾਈਂ ਵੀ ਪੁੱਜੇ। जब तक तुसां वीडियो को शेयर करो मैं नावल शुरू करना। ते नाल नाल दोस्तें को ये अरदास भी है कि दोस्त अपना फीडबैक भी देसन ई नावल के हवाले नाल। ई नावल के उत्ते कोई सवालात होवन, कोई तबसरे होवन, ये तबसरे भी मैं नाल नाल जेड़ा है दोस्तें दे साझे करे सां दरम्यान या शुरू या आखिर दे विच, या कोशिश करे सूं कि अज दी जिहड़ी किस्त दे तबसरे हैं वो अज जिहड़े पहली दरी मुकम्मल थी सी उन्हें बिल्कुल आखिर ते वो तबसरे भी मैं साझे करे सां। ते स्क्रीन ते नाल नाल कोशिश करे सां कि दिखेंदा भी रावां तो को ते ये तुसां वीडियो शेयर करो ते मैं वल नावल जिहड़ा है इकू शुरू करा। एक मिनट दे विच शुरू करने हैं दोस्तों। जी सही, अज दा जिहड़ा नावल है वो है लूण दा जीवन घर। क्या लूणका वक्त दे नाल नाल खुदा या देवता बन गया? ये पढ़सो तुसां सही, बल्कि सुनसो भी सही। लूण दा जीवन घर दे विच जिहड़ा थोड़ी देर तक मैं तुहाडे नाल साझा करना दोस्तों। तुसां सारे नाल नाल रल रहो, ई वीडियो को शेयर करो ते वल असां ई कहानी को, ई नावल को, ई कथा को संगत नाल साझी करन शुरू करे सूं। मैं चाहता कि दोस्त नाल नाल ई नावल दे बारे च सवालात होवन, तबसरे होवन, वो भी नाल नाल तुसां दसो। अज दी पहली दरी हुणे तुहाडे नाल मैं साझी करना दोस्तों कि मैं थोड़ी जी सैटिंग कर गिना ते बिन्ने दोस्तों को भी नाल नाल शरीक कर गिनूं। अज दा नावल, अज दी कहानी पहली दरी लूण दा जीवन घर विच। रिफत अब्बास सिंह 19 दिसंबर माफ करा है 19 दिसंबर 2020 को सारे नाल साझी की थी किताब। अज असां ई किताब दा पहला बाब, पहली दरी तुहाडे नाल साझी करे सूं। काथी रिफत अब्बास लिखदे न, नवें फाटक तूं एक लोकल बस विच बैठुम। ये बस बालें, त्रेमती, जुआने ते बुढ़ड़े नाल भरियल है। सड़क दे दूहे पासे वेला पिया वांदा हा ते जहा दर जहा जीवत पई वगदी है। पुराने किले दी चाढ़ी कोल लहगियुम दुपहरां दे 2 पै वजदे हन ते मौसम चेत्र दी पहली पौड़ी पिया चढ़दा हा। दरख्तें दे छेकड़ी पत्र सड़कां ते पै उडदे हन। किले दी कंध तले ई बुढ़ड़े शहर दे तमाम वेलियां दे कबूतर कट्ठे हन ते कहीं कथा विचों दाना पानी
द्रेहा। मुल्तान 15 मार्च 2018। हिक धम्मी लूण का वनीज गया। ए लूणी शहर हा। इन शहर विच खुदा है, जंग है, न मौत है। इथां हर कोई हिक आम जणा हा। लूणका भी हिक जणा हा जिहड़ा लोकें इकट्ठे रहंदा हा। ਉਹ ਲੋਕੇ ਇਕੱਠੇ ਪਾਣੀ ਦੀਆਂ ਖੂਹੀਆਂ ਖਟਵੇਂਦਾ ਅਤੇ ਤਰਕਾਰੀਆਂ ਗੜਵੇਂਦਾ ਹਾ। ਉਹ ਗਲੀਆਂ ਦੀ ਸਿਧਾਈ ਕਢਵੇਂਦਾ ਤੇ ਪਾਣੀ ਦੀਆਂ ਨਾਲਿਆਂ ਛਿਕਵੇਂਦਾ ਹਾ। ਉਹ ਸ਼ਬਦ, ਕਾਗਤ ਤੇ ਨਾਟਕ ਘਰ ਬਣਾਇਆ ਤੇ ਪਹਿਲੀ ਖੇਡ ਲਿਖੀ ਹੈ। ਨਾਟਕ ਇਹ ਸ਼ਹਿਰ ਦਾ ਨਿਰਵਾਰ ਘਰ ਹੈ ਤੇ ਸਾਰੇ ਧਿਆਨ ਖੇਡ ਵਿੱਚ ਟੁਰਦੇ ਹਨ। ਨਾਟਕ ਦੀ ਖੇਡ ਵਿੱਚ ਪੂਰਾ ਲੂਣ ਇਕੱਠਾ ਥੀਂਦਾ ਹਾ। ਇਹ ਨਾਟਕ ਵਿੱਚੋਂ ਲੂਣੀ ਦਾ ਭਾਗ ਨਿਸਰਦਾ ਤੇ ਹਰ ਨਿੱਕਾ ਵੱਡਾ ਕੰਮ ਖੇਡ ਦੀ ਮਨੋਤ ਅਤੇ ਹਟੋਕ ਵਿੱਚੋਂ ਲੰਘਦਾ ਹਾ। ਈਰਾਨ ਅੱਗੋਂ ਦੇਖਣਹਾਰ ਵੀ ਨਿਰਵਾਰ ਵਿੱਚ ਗੰਢਿਅਲ ਹਨ ਤੇ ਉਹਨਾਂ ਕੋਲ ਨਾਟਕ ਦੇ ਕੁੱਲ ਜ਼ਮਾਨਿਆਂ ਵਿੱਚੋਂ ਇੱਕ ਵਾਰੀ ਦਾ ਹੱਕ ਹਾ ਜੋ ਕਹੀਂ ਖੇਡ ਕੋ ਤਰੇ ਡੀਹਾਂ ਦੇ ਬਾਅਦ ਤਰੇ ਡੀਹਾਂ ਦੇ ਅੰਦਰ ਅੰਦਰ ਵਲਦਾ ਖਿਰਵਾ ਸਕਦਨ। ਇਹ ਨਾਟਕ ਘਰ ਲੂਣੀ ਦੇ ਅੱਧ ਵਿੱਚ ਇੱਕ ਚੌਕ ਬਣ ਗਿਆ ਹਾ ਜਿੱਥੋਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਫੁੱਟਦੀਆਂ ਹਨ। ਇੱਥੋਂ ਸੜਕਾਂ ਤੇ ਬਾਜ਼ਾਰ ਵੀ ਆਉਂਦੇ ਅਤੇ ਗਲੀਆਂ ਜੰਮਦੀਆਂ ਹਨ। ਗਲੀਆਂ ਵਿੱਚ ਘਰ ਹਨ ਜਿਹੜੇ ਲੂਣੀ ਦੀ ਆਹਰ ਤੇ ਜੀਵਤਕਾਰੀ ਵਿੱਚੋਂ ਡੁੱਸਲ ਹਨ। ਨਵੇਂ ਨਵੇਂ ਪੱਖੀ ਪਹਾੜੂ ਤੇ ਵਣ ਪੈ ਸਿਤਰੀਂਦੇ ਹਨ। ਪਹਿਲੀ ਚਿੜੀ, ਪਹਿਲੀ ਤਰਕਾਰੀ ਤੇ ਪਹਿਲੇ ਵਣ ਦੀ ਖੇਡ ਖਿਰੀਜ ਗਈ ਹੈ। ਪਹਿਲੀ ਚਿੜੀ ਦਾ ਨਾਂ ਨੀਲੜੀ, ਤਰਕਾਰੀ ਖੁੰਬੀ ਅਤੇ ਵਣ ਨਿੰਮਹਾ। ਨੀਲੜੀ ਲੂਣੀ ਦੇ ਘਰਾਂ ਦੀ ਕੰਧਾਂ, ਛੱਤਾਂ ਤੇ ਨਿੰਮਾਂ ਤੇ ਬਾਂਦੀ ਹੈ ਤੇ ਖੁੰਬੀਆਂ ਸੜਕਾਂ ਦੇ ਨਾਲ ਨਾਲ ਡੁੱਸਦੀਆਂ ਹਨ। ਇਹ ਸਾਰਾ ਕੰਮ ਲੂਣੀ ਦੀ ਵਹੀਂਦ ਵਿੱਚੋਂ ਪਹਿਲੇ ਖੇਡ ਵਕਤ ਹਯਾਤੀ ਬਣ ਵੇਂਦਾ ਹਾ। ਸੜਕਾਂ, ਗਲੀਆਂ, ਬਾਜ਼ਾਰਾਂ ਦੀ ਕਛਾਈ, ਘਰਾਂ ਦੀ ਰੰਗਾਈ ਤੇ ਬੂਹੇ ਦੇ ਤਾਕਣੇ ਦੀ ਉਕਰਾਈ ਨਿਤਰਦੀ ਆਂਦੀ ਹੈ। ਸ਼ਹਿਰ ਬਾਹਰੋਂ ਨਦੀ ਦੀ ਮਨੋਤ ਢਹਿਜ ਗਈ ਹੈ। ਮੱਛਾਂ ਅਤੇ ਬੇੜੀਆਂ ਰੰਗੀਜ ਗਿਆ ਹਨ। ਸ਼ੀਸ਼ੇ ਤੇ ਬਦਲੇ ਦਾ ਕੰਮ ਢਲੀਜ ਗਿਆ ਹਾ। ਕਾਰ ਵਿਹਾਰ ਦਾ ਮੁਹਾਂਦਰਾ ਨਿਕਲ ਆਇਆ ਹਾ। ਸਾਰੰਗ ਲੂਣਕਾ ਦਾ ਸੰਗਤੀ, ਨਾਟਕ ਦਾ ਸਿਦਕਾਰ, ਸਭਾਈ ਦਾ ਪੈ ਤੇ ਨਿਸਰਾ ਦਾ ਪਿਓ ਹਾ। ਨਿਸਰਾ ਹਮੇਸ਼ ਤੋਂ ਸਾਰੰਗ ਦੀ ਧੀ, ਸੁਧਾਰਨ ਦੀ ਜ਼ਾਲ, ਦ੍ਰਿਸ਼ੇ ਦੀ ਮਾਂ ਅਤੇ ਲੂਣਕਾ ਦੀ ਪ੍ਰੀਤਣ ਹੈ। ਦ੍ਰਿਸ਼ਾ ਭਾਵੇਂ ਸੁਧਾਰਨ ਘਰ ਜੰਮਿਆ ਪਲਿਆ ਪਰ ਬਲਪਣ ਤੂੰ ਜਾਣਦਾ ਹਾ ਜੋ ਉਹ ਲੂਣਕਾ ਦਾ ਪੁੱਤਰ ਹੈ। ਇਹੋ ਸਾਰੰਗ ਹੈ ਜਿਹੜਾ ਧੰਮੀ ਸਭ ਤੋਂ ਪਹਿਲੇ ਲੂਣਕਾ ਕੋ ਮਿਲਦਾ ਹਾ। ਉਹ ਨੀਲੜਿਆਂ ਦੇ ਅਲਾ ਨਾਲ ਧੰਮੀ ਆਪਣੇ ਘਰ ਤੋਂ ਨਿਕਲਦਾ, ਗਲੀਆਂ ਵਿੱਚੋਂ ਵਲਦਾ, ਬਾਜ਼ਾਰਾਂ ਵਿੱਚੋਂ ਲੰਘਦਾ ਉਹਦੇ ਘਰ ਤਾਣੀ ਪੁੱਜਿਆ। ਸਾਰੰਗ ਤੇ ਲੂਣਕਾ ਦੀ ਜ਼ਮਾਨਿਆਂ ਤੋਂ ਇਹ ਵਿਹਾਨ ਹੈ। ਉਹ ਦੋਵੇਂ ਰੋਜ਼ ਦੇ ਨਿੱਕੇ ਵੱਡੇ ਕੰਮੇ ਕਿਤੇ ਟੁਰ ਪਵੇਨ ਹਾ। ਇਹ ਉਹ ਜ਼ਮਾਨਾ ਹਾ ਜਦਨ ਸ਼ਹਿਰ ਨਾਟਕ ਤੇ ਨਾਟਕ ਸ਼ਹਿਰ ਵਿੱਚ ਪਿਆ ਢਲਦਾ ਹਾ। ਇਹ ਅਸਲੋਂ ਲੇਖ ਲਿਖਣ, ਖੇਡਣ ਅਤੇ ਜਗਾਵਣ ਦਾ ਵੇਲਾ ਹਾ। ਨਵੇਂ ਸਾਂਗੇ ਪੈ ਜੁੜਦੇ, ਸਾਖ ਪੈ ਗੰਢੀਂਦੇ ਤੇ ਲੋਕੇ ਤੇ ਸ਼ਈ ਵਿੱਚੋਂ ਰਾਹ ਪਈ ਡੁੱਸਦੀ ਹੈ। ਇਹੋ ਵੇਲਾ ਹਾ ਜਦਾਂ ਲੂਣਕਾ ਸ਼ਹਿਰ ਦੇ ਧਿਆਨ, ਵਿਹਾਰ, ਕਸਬ, ਆਹਰ, ਪ੍ਰੀਤ ਅਤੇ ਗੁਜ਼ਰ ਗੁਜ਼ਰਾਨ ਤੇ ਕੰਮ ਪਿਆ ਕਰੇਂਦਾ ਹਾ। ਲੂਣ ਬਦਲੇ ਤੇ ਖਿਮਣੇ ਦੀ ਆਹਰਕਾਰੀ ਦੇ ਕੱਥ ਪੈ ਕਥੀਂਦੇ ਹਨ। ਜੀਵਤਕਾਰੀ ਕੀਤੇ ਰੋਜ਼ ਰੋਜ਼ ਨਾਟਕ ਪੈ ਖਿਰੀਂਦੇ ਹਨ। ਫੁੱਲੇ, ਪੱਖੇ, ਪਾਣੇ, ਬੇੜੇ, ਮੱਛੇ, ਵਣੇ ਅਤੇ ਜੰਗਲੇ ਦੇ ਚਿੱਤਰ ਪੈ ਚਿਤਰੀਂਦੇ ਹਨ। ਇਹ ਧੰਮੀ ਤੋਂ ਘਿਨ ਕਰ ਰਾਤ ਤਾਈਂ ਦਾ ਕੰਮ ਹਾ। ਨਾਟਕ ਪਿੱਛੋਂ ਸਾਰੰਗ ਲੂਣਕਾਂ ਦੇ ਨਾਲ ਨਾਲ ਉਹਦੇ ਘਰ ਤਾਣੀ ਵੰਨੇ ਹਾ। ਇਹੋ ਸਾਰੰਗ ਹੈ ਜਿਹੜਾ ਲੂਣਕਾ ਕੂ ਰਾਤੀ ਛੇਕੜੀ ਵਾਰ ਦੇਦਾ ਹਾ। ਇਹ ਵਾਹਨ ਪਈ ਵਾਂਦੀ ਹੈ
जंहिं विचों लूणी पिया निसरदा हा। लूणी ਦੇ ਘਰ, ਲੂਣੀ ਦੇ ਮਹੱਲੇ, ਬਾਜ਼ਾਰ ਪੈ ਉਸਰਦੇ ਹਨ। ਇਹਾ ਵਕਤ ਹੈ ਜੰहिं ਵਿੱਚੋਂ ਲੂਣੀ ਦਾ ਵਰਤਾਰਾ ਪਿਆ ਵਗਦਾ ਹਾ। ਲੋਕਾਂ ਦੇ ਹੱਥ ਹਿਲਾਵਣ ਅਤੇ ਅੱਖ ਝਮਕਾਵਣ ਦਾ ਮੁਹਾਂਦਰਾ ਪਿਆ ਜੁੜਦਾ ਹਾ। ਸਾਰੰਗ ਧੰਮੀ ਲੋੜਕਾਂ ਦੇ ਘਰ ਤਾਣੀ ਪੁੱਜਾ ਤਾਂ ਪੌੜੀਆਂ ਅਸਲੋਂ ਵਾਂਝਾ ਹਨ। ਲੂਣ ਦਾ ਗੁਲਾਬੀ ਚਬੂਤਰਾ ਖਾਲੀ ਹਾ। ਸਾਰੰਗ ਉਥਾਂ ਹੀ ਪੌੜੀਆਂ ਸਾਹਮਣੇ ਲੂਣਕਾ ਦੀ ਤਾਂਗ ਵਿੱਚ ਖੜ ਗਿਆ। ਉਹ ਸਮਝਾ ਜੋ ਲੂਣਕਾ ਕੋ ਘਰੋਂ ਬਾਹਰ ਆਵਣ ਵਿੱਚ ਚਿਰ ਜ਼ਰੀ ਥੀ ਗਈ ਹੈ। ਡੀਂਹ ਪਿਆ ਉਭਰਦਾ ਅਤੇ ਸਾਰੰਗ ਪੌੜੀਆਂ ਚੜ੍ਹਦਾ ਚਬੂਤਰੇ ਤੇ ਖੜਾ ਹਾ। ਇਹ ਪਹਿਲੀ ਫੇਰੀ ਥੀਆ ਜੋ ਸਾਰੰਗ ਪਹੁੰਚਾਇਆ ਤੇ ਲੂਣਕਾ ਆਪਣੇ ਘਰ ਬਾਹਰੋਂ ਚਬੂਤਰੇ ਤੇ ਕਹਿ ਨਹਾ। ਸਾਰੰਗ ਅੱਗੋਂ ਟੁਰਿਆ ਤੇ ਲੂਣਕਾ ਦਾ ਬੂਹਾ ਖੜਕਾਇਆ ਵਤ ਹੱਕਲ ਲਿੱਤੀ, ਪਰ ਵਲਦਾ ਨਾ ਆਇਆ। ਸਾਰੰਗ ਬੂਹੇ ਤੇ ਚਿਰਤਾਣੀ ਜੰਬਿਆ ਵਤ ਅੰਦਰ ਪੈ ਗਿਆ। ਲੂਣਕਾ ਦਾ ਘਰ ਨਾਟਕ ਦੀ ਕਹੀ ਰਾਂਦ ਵਿੱਚੋਂ ਰਤੜੀ ਤੇ ਉਹਦੇ ਪਏ ਸਾਖੇ ਠਾਇਆ ਹਾ। ਇਹ ਨਿੱਕਾ ਜਿਹਾ ਘਰ ਨੂਣ, ਨੀਲ ਅਤੇ ਬਦਲੇ ਦੀ ਜੁੜਾ ਥਾ। ਅੰਦਰ ਲੂਣਕਾ ਦੀ ਆਹਰਕਾਰੀ ਦੀ ਜਾ ਹੈ। ਨੇਂਦਰ ਦਾ ਕਮਰਾ ਤੇ ਵਿਹੜੇ ਅੱਗੋਂ ਇੱਕ ਬੂਹਾ ਹਾ, ਪਿਛਲੀ ਗਲੀ ਵਿੱਚ ਖੁੱਲਦਾ ਹਾ। ਸਾਰੰਗ ਇਹ ਘਰ ਦਾ ਸੂਹਾ ਤੇ ਤਿੱਖੇ ਤਿੱਖੇ ਕਦਮੇ ਨਾਲ ਹਰ ਪਾਸੇ ਪਿਆ ਦਰੁਕਦਾ ਹਾ। ਉਹਦੀ ਬੇਚੈਨੀ ਪਲ ਪਲ ਵੱਧਦੀ ਹੈ। ਉਹ ਇੱਕ ਬੂਹੇ ਤੋਂ ਦੂਜੇ ਤਾਈਂ ਭਜਦਾ ਅਤੇ ਇੱਕ ਕਮਰੇ ਤੋਂ ਦੂਜੇ ਵਿੱਚ ਵੜਦਾ ਹਾ। ਉਹ ਵੱਲ ਵੱਲ ਕਮਰਿਆਂ ਦੀਆਂ ਕੰਧਾਂ ਨਾਲ ਟੇਕ ਲਾ ਕੇ ਖੜ ਵੇਂਦਾ ਹਾ, ਆਪਣੇ ਆਪ ਨਾਲ ਅਲਵੇਂਦਾ ਅਤੇ ਲੂਣਕਾ ਕੋ ਸੜੇਂਦਾ ਹਾ। ਲੂਣਕਾ ਦੇ ਘਰ ਦੀ ਹਰ ਸ਼ੈ ਉਵੇਂ ਦੀ ਉਵੇਂ ਲਾਥੀ ਹੈ। ਪਾਣੀ ਦਾ ਗੁਲਾਬੀ ਪਿਆਲਾ ਅੱਧ ਪੀਤਾ ਪਿਆ ਹਾ। ਉਹਦੇ ਨਾਟਕ ਦੇ ਮਖੌਟੇ ਇੱਕ ਕਾਠ ਉੱਤੇ ਲਾਤੇ ਹਨ। ਕੰਧਾਂ ਨਾਲ ਨੀਲੇ ਮਰਤਬਾਨਾਂ ਵਿੱਚ ਹਯਾਤੀ ਦੀਆਂ ਪੌੜੀਆਂ ਪਿਆ ਲਾਂਦੀਆਂ ਹਨ। ਹਰ ਸ਼ੈ ਆਪਣੀ ਆਪਣੀ ਜਾਹ ਪਈ ਟਿਮਕਦੀ ਹੈ, ਪਰ ਲੂਣਕਾ ਘਰ ਵਿੱਚ ਕਹਿ ਨਹਾ। ਸਾਰੰਗ ਲੂਣਕਾ ਦੇ ਘਰ ਦੀਆਂ ਪੌੜੀਆਂ ਲੱਥਾ ਤੇ ਸ਼ਹਿਰ ਵਿੱਚ ਚੜ ਆਇਆ ਹਾ। ਉਹ ਚੁੱਪ ਚੁਪਾਤੇ ਘਾਬਰ ਦੀ ਵਿਚਲੀ ਰਾਹ ਵਿੱਚੋਂ ਸ਼ਹਿਰ ਦੇ ਨਾਲ ਨਾਲ ਪਿਆ ਟੁਰਦਾ ਹਾ। ਉਹਨਾਂ ਅੱਜ ਦਰਖਤਾਂ ਦੀ ਛਲ, ਮੱਛਾਂ ਦੇ ਚਾਣ ਤੇ ਗੁਲਾਬੇ ਦੀਆਂ ਕਿਆਰੀਆਂ ਸਾਂਗੇ ਕੰਮ ਆਪਣਾ ਟੋਰਨਾ ਹਾ ਤੇ ਸ਼ਹਿਰ ਦੀਆਂ ਤਰੇਮਤੀ ਤੇ ਮਰਦੇ ਕੋ ਮਿਲਣਾ ਹਾ। ਬਹੁਤ ਸਾਰੇ ਪ੍ਰੀਤ ਵਿੱਚ ਜਮਾਂਦਰੂ ਬਾਲੇ ਦੇ ਨਾਂ ਰੱਖਣੇ ਤੇ ਉਹਨਾਂ ਦੇ ਭਾਗ ਦਾ ਨਾਟਕ ਸਿਤਰਨਾ ਹਾ। ਅੱਜ ਭਾਵੇਂ ਬਹੁਤ ਸਾਰੇ ਕੰਮ ਹਨ, ਪਰ ਉਹ ਲੂਣਕਾ ਬਾਝੋਂ ਸ਼ਹਿਰ ਵਿੱਚੋਂ ਪਿਆ ਲੰਘਦਾ ਹਾ। ਸ਼ਹਿਰ ਥੋੜਾ ਚਿਰ ਪਹਿਲੇ ਨਿੰਦਰੂ ਜਾਗਿਆ ਹਾ ਤੇ ਲੋਕੇ ਇਉ ਜਾਣਿਆ ਜੋ ਸਾਰੰਗ ਪਿਆ ਲੰਘਦੇ ਤਾਂ ਅੱਗੋਂ ਪਿੱਛੋਂ ਲੂਣਕਾ ਵੀ ਨਾਲ ਹੋ ਸੀ। ਇਹ ਲੂਣੀ ਵਾਸੀ ਲੂਣਕਾ ਦੀ ਹੋਂਦ ਦੇ ਹੈਲਕ ਹਨ ਤੇ ਉਹਨਾਂ ਕੋ ਇਹ ਧਿਆਨ ਵੀ ਨਾ ਪਿਆ ਜੋ ਸਾਰੰਗ ਵਿੱਚ ਲੂਣਕਾ ਬਾਝੋਂ ਵੇਨਾ ਪਏ, ਜੋ ਸਾਰੰਗ ਅੱਜ ਲੂਣਕਾ ਬਾਝੋਂ ਵੇਨਾ ਪਏ। ਸਾਰੰਗ ਜੂੰ ਜੂੰ ਅੱਗਾ ਪਿਆ ਟੁਰਦਾ ਹਾ, ਉਹ ਚੁੱਪ ਤੇ ਘਾਬਰ ਦੇ ਵਿਚਾਲੋਂ ਜ਼ਿੰਮੇਦਾਰੀ ਦੇ ਕਾਠ ਤੇ ਪਿਆ ਵਗਦਾ ਹਾ। ਉਹ ਲੋਕਾਂ ਕੋ ਦੱਸਣਾ ਚਾਹੁੰਦਾ ਹਾ ਜੋ ਲੂਣਕਾ ਅੱਜ ਪਹਿਲੀ ਵਾਰੀ ਲੂਣੀ ਵਿੱਚ ਕਹਿ ਨਹੀਂ, ਪਰ ਉਹ ਨਾਟਕ ਦੀ ਸਲਾਹ ਬਾਝੋਂ ਇਹ ਹੋਕਾ ਨਾ ਦੇ ਸਕਦਾ ਹਾ। ਇਹ ਮੌਤ ਵਾਂਦੇ ਸ਼ਹਿਰ ਵਿੱਚ ਲੂਣਕਾ ਤੇ ਉਹਦੀ ਪਹਿਲੇ ਡੀਂਹ ਦੀ ਸੰਗਤ ਹੈ। ਉਹ ਪਹਿਲੇ ਡੀਂਹ ਤੋਂ ਇੱਕ ਦੂਜੇ ਕੋ ਇਵੇਂ ਦਾ ਇਵੇਂ ਮਿਲਦੇ ਆਂਦੇ ਹਨ। ਸਾਰੰਗ ਕੋ ਯਾਦ ਹਾ ਉਹ ਪਹਿਲੇ ਡੀਂਹ ਦਾ ਲੂਣਕਾ ਦੇ ਘਰ ਬਾਹਰੋਂ ਇਵੇਂ ਦਾ ਇਵੇਂ ਉਹਦੀ ਤਾਂਗ ਵਿੱਚ ਖੜਾ ਹਾ। ਉਹ ਦੋਹੇ ਰੋਜ਼ ਧੰਮੀ ਤੋਂ ਰਾਤ ਤਾਈਂ ਹਯਾਤੀ ਦੀਆਂ ਨਿੱਕੀਆਂ ਵੱਡੀਆਂ ਸ਼ਈ ਕੋ ਨਿਸ਼ਾਬਰ ਕਰਿੰਦੇ ਹਨ। ਲੂਣਕਾ ਸ਼ਈ ਦੀ ਅਸਲ ਦਾ ਧਿਆਨ ਇੱਕ ਜਗੇਂਦਾ ਹਾ ਤੇ ਸਾਰੰਗ ਤੇ ਉਹਦੇ ਸੰਗਤੀ ਉਹ ਸ਼ੈ ਦੀ ਖੇਡ ਬਣਾ ਕੇ ਉਹਦੀ ਹੋਂਦ ਵਿੱਚ ਘਿਨ ਆਂਦੇ ਹਨ। ਸਾਰੰਗ ਅੱਜ ਕਲੇਪੇ ਦੇ ਈ ਪਾਸੋਂ ਥੀਂਦਾ ਹੋਇਆ ਦੂਜੇ ਪਾਸੋਂ ਪਿਆ ਟੁਰਦਾ ਹਾ, ਜਿਵੇਂ ਕੋਈ ਬਾਰਿਸ਼ ਵਿੱਚ ਬਾਰਿਸ਼ ਦੇ ਦੂਜੇ ਪਾਸੇ ਆ ਵਜੇ। ਸਾਰੰਗ ਲੂਣਕਾ ਦੇ ਚੇਤੇ ਵਿੱਚੋਂ ਉਹਦੇ ਧਿਆਨ ਪਕੇਂਦਾ ਵੇਂਦਾ ਹਾ। ਉਹ ਟੁਰਦਿਆਂ ਲੂਣਕਾ ਪਾਸੋਂ ਲੂਣੇ ਦੇ ਸਾਰੇ ਪੋਥੇ ਦਾਸਤਾਨੇ ਖਾਬੇ ਦਾ ਵੇਵਰਾ ਕਰੇਂਦਾ ਹਾ, ਪਰ ਉਕੂ ਈ ਗੁੰਮ ਥੀਵਣ ਤੇ ਲੂਣਕਾ ਦੀ ਮਨਸ਼ਾ ਨਾ ਪਈ ਲੱਭਦੀ ਹੈ। ਸਾਰੰਗ ਦਾ ਧਿਆਨ ਕਈ ਵੀ ਪਾਸੇ ਨਾ ਪਿਆ ਟੁਰਦਾ ਹਾ। ਡੀਂਹ ਚੜਾਇਆ ਵਤ ਦੁਪਹਿਰਾਂ ਥਈ
ਪਰ ਉਹ ਕਹੀਂ ਕੂ न दस्या जो अज लूणका लूणी विच कहनी। वत दीगर वेला थी गया ते नाटक घर दियां ਉਹ ਪੌੜੀਆਂ ਚੜ੍ਹਦਾ ਬਾਹਰਲੇ ਚਬੂਤਰੇ ਤੇ ਵੰਨ ਬੈਠਾ। ਨਾਟਕ ਦੇ ਬਹੁਤ ਸਾਰੇ ਖੇਡਣਹਾਰ ਨਾਟਕ ਘਰ ਪੁੱਜ ਗਏ ਹਨ। ਰਤੜੀ ਤੇ ਨਿਸਰਾ ਨਾਟਕ ਤੇ ਪੋਥੀ ਘਰ ਤੇ ਚਣੀ ਸੰਗਰੀ ਤੇ ਪਬਰੀ ਸਵਾਂਗ ਘਰ ਬੈਠਾ ਹਨ। ਸਗਰਾਇਆ ਦਾਦਰਾ ਵਾਧਾ ਤੇ ਸੁਨਕੀ ਉਥਈ ਚਬੂਤਰੇ ਤੇ ਦੂਜੇ ਪਾਸੇ ਪੈ ਨਿਜ਼ਰਦੇ ਹਨ। ਉਹ ਸਾਰਿਆਂ ਕੋ ਆਪਣੇ ਕੋਲ ਸੱਜਿਆ ਸ਼ਬਦ ਇਕੱਠੇ ਕੀਤੇ ਤੇ ਆਖਿਆ ਜੋ ਲੂਣਕਾ ਅੱਜ ਲੂਣੀ ਵਿੱਚ ਕਹਿਣੀ। ਇਹ ਲੂਣਕਾ ਬਾਝੂ ਸ਼ਹਿਰ ਦਾ ਦੂਜਾ ਡੀਂਹ ਹਾਂ। ਰਾਤ ਬਹੁ ਬਾਰਿਸ਼ ਲੱਥੀ ਤੇ ਗਲੀਆਂ ਬਾਜ਼ਾਰਾਂ ਸੜਕਾਂ ਤੇ ਸ਼ਹਿਰ ਬਾਹਰੋਂ ਲੂਣਕੀ ਜ਼ਮੀਨ ਤੇ ਬਦਲੇ ਦੀਆਂ ਪਰਤਾਂ ਹਵਾ ਨਾਲ ਪਿਆ ਲੱਜੀਆਂ ਹਨ। ਜਿਹਦੇ ਵੀ ਕੋਠੇ ਤੇ ਜਾਂ ਬੂਹੇ ਅੱਗੋਂ ਬਦਲੇ ਦੀਆਂ ਪਰਤਾਂ ਹੋਵਨ ਉਹ ਮਾਲਿਕ ਹਾਂ। ਉਹ ਬਦਲਿਆਂ ਦੀਆਂ ਗੱਠਾਂ ਕਰ ਬਾਜ਼ਾਰ ਵਿੱਚ ਵੇਚਣ ਹਾਂ ਅਤੇ ਉਹਨਾਂ ਦੀਆਂ ਗੁਜ਼ਰਾਨ ਹੈ ਅਤੇ ਇਸ਼ਾ ਉਹਨਾਂ ਦੀ ਗੁਜ਼ਰਾਨ ਹੈ। ਉਹ ਭਾਵੇਂ ਲੂਣ ਦੇ ਸ਼ੀਸ਼ੇ ਵਿੱਚ ਵੀ ਬਣੇਦੇ ਹਨ ਪਰ ਵੱਡਾ ਕੰਮ ਇਹ ਬਾਰਸ਼ੇ ਬਦਲੇ ਦਾ ਵਪਾਰ ਹਾਂ। ਸ਼ਹਿਰ ਬਾਜ਼ਾਰ ਖੁੱਲ ਗਿਆ ਹਾਂ ਤੇ ਲੋਕ ਆਪਣੇ ਕੰਮੇ ਵਿੱਚ ਰੁੱਝ ਗਏ ਹਨ। ਸਿੱਜ ਚੜ੍ਹਦੇ ਤੋਂ ਲਾਂਦੇ ਤੋਂ ਪਛਾਵੇਂ ਪਿਆ ਬਣਦਾ ਹਾਂ। ਸਾਰੰਗ ਤੇ ਉਹਦੇ ਨਾਟਕ ਦੇ ਸੰਗਤਿਆਂ ਬਾਜੂ ਲੂਣਕਾ ਦੇ ਸ਼ਹਿਰ ਵਿੱਚ ਨਾ ਹੋਵਣ ਦਾ ਕहीं ਕੋ ਨਾ ਪਤਾ ਹਾਂ। ਸਾਰੰਗ ਤੇ ਉਹਦੇ ਨਾਟਕ ਦੇ ਸੰਗਤੀ ਸਾਰੀ ਰਾਤ ਜਾਗੇ ਤੇ ਲੂਣਕਾ ਦੇ ਲੂਣੀ ਵਿੱਚ ਨਾ ਹੋਵਣ ਬਾਰੇ ਅਲਵੇਂਦੇ ਰਹਿ ਗਏ। ਇਹ ਲੂਣੀ ਦੀ ਵਹੀਦ ਵਿੱਚ ਪਹਿਲੀ ਰਾਤ ਹੈ ਜੋ ਲੂਣਕਾ ਸ਼ਹਿਰ ਵਿੱਚ ਕਹਿਣਾ ਹਾਂ। ਇਹ ਉਹਨਾਂ ਦੀ ਪਹਿਲੀ ਧੰਮੀ ਹੈ ਜੋ ਲੂਣਕਾ ਲੂਣੀ ਤੋਂ ਉਡਰ ਹਾਂ। ਉਹਨਾਂ ਭਾਵੇਂ ਸਾਰੀ ਰਾਤੀ ਲੂਣਕਾ ਜਾਂ ਗਾਲੀ ਕੀਤਿਆ ਪਰ ਲੂਣਕਾ ਕਿੱਥ ਗਏ ਕहीं ਕੋ ਵੀ ਕੋਈ ਸੁਧ ਨਾ ਪਾਈ। ਉਹ ਰਾਤੀ ਬਾਰਿਸ਼ ਪਿੱਛੋਂ ਨਾਟਕ ਦੇ ਚਬੂਤਰੇ ਤੋਂ ਲੱਥੇ ਤੇ ਸਾਰੰਗ ਦੇ ਘਰ ਵੱਲ ਝੁਕੇ ਤੇ ਵਤ ਦੁਪਹਿਰ ਤਾਈਂ ਉਥਈ 100 ਤਰ੍ਹਾਂ ਦੀਆਂ ਦਲੀਲਾਂ ਵਿੱਚੋਂ ਲੰਘੇ। ਵਤ ਸਾਰੰਗ ਦੇ ਘਰੋਂ ਉੱਠੇ ਅਤੇ ਸਗਰਾਏ ਦੇ ਘਰ ਵੱਲ ਬੈਠੇ। ਵਤ ਦੀਗਰ ਵੇਲੇ ਸਗਰਾਏ ਦੇ ਘਰੋਂ ਟੁਰੇ ਤੇ ਨਾਟਕ ਘਰ ਵੱਲ ਪੁੱਜੇ। ਉਹਨਾਂ ਅੱਗੋਂ ਦੋ ਗਾਲੀ ਵੱਲ ਭੁਤਾਰ ਬਧੇਂਦਿਆਂ ਹਨ। ਪਹਿਲੀ ਗਾਲ ਜੋ ਲੂਣਕਾ ਕਿਹੜੇ ਪਾਸੇ ਗਏ ਤੇ ਦੂਜੀ ਗਾਲ ਜੋ ई ਵਾਂਦੇ ਵਗਦੇ ਸ਼ਹਿਰ ਕੋ ਇਹ ਖਬਰ ਕਿਵੇਂ ਤੇ ਕਢਣ ਢਵੀ ਜੇ। ਲੂਣਕਾ ਕੋ वञे हाली हिक ॾींहुं ते हिक रात थई हई ते वेला एॾा कहना हा जो इकू वंजीद या विछोड़े ਦਾ ਨਾਂ ਦਿਵੀ ਜੇ हा। ਪਰ ਸਾਰੰਗ ਦੀ ਗਾਬਰ ਵਿੱਚੋਂ ਲੂਣਕਾ ਦੇ ਸੰਗਤੀ ਵੀ ਕहीं ਨਾ ਕहीं ਗਾਬਰ ਵਿੱਚ ਆ ਗਏ ਹਨ। ਕਿਆ ਲੂਣਕਾ ਵੱਲ ਆਉਣਾ हा? ਕਿਆ ਲੂਣਕਾ ਹਮੇਸ਼ ਕਿਤੇ ਵਿੰਨਿਆ हा? ਇਹੋ ਭੁੱਲ ਭੁਲਾਂਦਰਾ हा ਜਿਹਦੇ ਵਿੱਚੋਂ ਸਾਰੰਗ ਤੇ ਉਹਦਾ ਸਾਥ ਪਿਆ ਲੰਘਦਾ हा ਅਤੇ ਇਹ ਬੁਲਾਂਦਰੇ ਦੇ ਦੂਜੇ ਸਿਰੇ ਤੇ ਲੂਣਕਾ ਦੀ ਵੰਜੀਜ ਦਾ ਵੇਲਾ ਪਿਆ ਚੜਦਾ हा। ਇਹ ਕਿਆ हा? ਲੂਣਕਾ ਕਿਉਂ ਵੰਜੀਜ ਗਿਆ हा? क्या वो आप लूणी तो ओडर थी गया हा? क्या लूणका अपने बाजू लूणी को टुरदा देखण चाहता हा? ये क्या हा? क्या लूणका मर गया हा? ये गाल ना रलदी है जो लूणी एक मौत वांदा शार हा। क्या लूणका कई हथों चवीज गया हा? ये गाल भी लूणी दी वहीन ते लूणका दी तद विचों असलू ना ठांदी है। ये क्या हा? क्या ਲੂਣਕਾ ਦੇ ਸਾਂਝੇ ਚੇਤੇ ਵਿੱਚ ਨਵੀਂ ਕਹੀਂ ਗੋਲ ਦਾ ਵੇਲਾ ਨਿਤਰਿਆ हा? क्या ਲੂਣੀ ਦੇ ਸਾਂਝੇ ਵੇਲੇ ਵਿੱਚੋਂ ਦੁੱਖ ਦੀ ਸੰਗਰਾਂਦ ਲੱਗ ਗਈ ਹੈ? ਇੱਕ ਬਈ ਗਾਲ ਵੱਲ ਉਸਰਦੀ ਹੈ ਜੋ ਕਿਆ ਲੋਕੇ ਕੂ ਲੂਣਕਾ ਦੀ ਵਨੀਜ ਤੋਂ ਬੇਖਬਰ ਰੱਖਿਆ ਵੰਜ ਸਕਦਾ हा? क्या ਨਾਟਕ ਦੀ ਸੰਗਤ ਕੂ ਮੌਕਲ ਹੈ ਜੋ ਇਹ ਗਾਲ ਕੂ ਲੁਕਾਪ ਵਿੱਚ ਰੱਖ ਸਕੇ? क्या ਇਸ ਤਰ੍ਹਾਂ ਨਾਲ ਆਮ ਜਣੇ ਦਾ ਰੋਜ਼ ਦਿਹਾੜੀ ਖਬਰ ਰੱਖਣ ਅਤੇ ਜੀਵਨ ਦਾ ਹੱਕ ਮਾਂਦਾ ਨਾ ਪੋਵੇ हा? ਇਹ ਸਾਰੀਆਂ ਗਾਲੀ ਨਾਟਕ ਦੀ ਰੀਤ ਅਤੇ ਲੂਣੀ ਦੇ ਲੋਕੇ ਦੀ ਤਰਸਲਾ ਵਿੱਚੋਂ ਮਿੱਥਿਆ ਬਣ ਸਕਦੀਆਂ ਹਨ। ਇਸ਼ਾਰ ਵਿੱਚ ਨਾਟਕ ਇੱਕ ਜੀਂਦਾ ਜੀ हा ਜਿਹੜਾ ਲੋਕੇ ਦੀ ਮਨਸ਼ਾ ਵਿੱਚੋਂ ਟੁਰਦਾ ਅਤੇ ਨਵੀਂ ਮਨਸ਼ਾ ਦੀ ਜੀਵਤਕਾਰੀ ਕਰਦਾ हा। ਉਹਨਾਂ ਸਾਰਾ ਦਿਨ ਨਾਟਕ ਜਾਂ ਪੋਥਿਆਂ ਵਿੱਚ ਗੁਜ਼ਾਰਿਆ ਤੇ ਨਾਟਕ ਦੀ ਤਗ ਵਿੱਚੋਂ
ਖੁੱਲਿਆ ਜੋ ਤ੍ਰੈ ਦੀਵਾਰਾਂ ਲੂਣਕਾ ਦੇ ਵਲਣ ਦੀ ਤਾਂਗ ਰੱਖੀ ਜੇ ਤੇ ਚੌਥੇ ਦੀ ਦੀਗਰ ਤਈ ਲੂਣੇ ਵਾਸੇ ਨਾਲ ਸਾਰੀ ਗਾਲ ਸਾਂਝੀ ਕਰੀ ਜੇ। ਸਾਰੰਗ ਚੌਥੇ ਦੀ ਨਾਟਕ ਦੇ ਚਬੂਤਰੇ ਤੇ ਹੋਕਿਆ ਜੋ ਲੂਣਕਾ ਵੰਝੀਚ ਗਏ। ਇਹ ਲੂਣਕਾ ਬਾਝੂ ਸ਼ਾਹਰ ਦਾ ਪੰਜਵਾਂ ਨੀ ਹਾ। ਨੀ ਚੜ ਆਇਆ ਹਾ ਪਰ ਕਈ ਵੀ ਘਰ ਵਿੱਚ ਕਲੋਕੀ ਰਾਤ ਦਾ ਚੁੱਲ੍ਹਾ ਨਾ ਬਲਿਆ ਹਾ। ਉਹਨਾਂ ਰਾਤ ਦੀ ਮਾਨੀ ਨਾ ਖਾਦੀ ਨਿਰਾਣ ਨਾ ਕੀਤੀ ਹੈ। ਭਾਵੇਂ ਕੁਝ ਚਿਰ ਪਿੱਛੋਂ ਉਹਨਾਂ ਦੇ ਬਾਲੇ ਕੋ ਭੁੱਖ ਲੱਗਣੀ ਹੈ। ਬਹੁ ਸਾਰੇ ਪੱਖਿਆਂ ਉਹਨਾਂ ਦੇ ਕੰਧਾਂ ਤੇ ਅੰਨ ਬਾਹਣਾ ਹਾ ਜੋ ਪੱਖੀ ਘਰ ਵਿੱਚੋਂ ਉੱਠਦੇ ਧੂੰ ਦੇ ਹੇਲਕ ਹਨ। ਚੁੱਲ੍ਹਾ ਇੱਕ ਸਾਂਝੀ ਗੁਜ਼ਰਾਨ ਹੈ। ਕहीं ਵੀ ਘਰ ਵਿੱਚ ਚੁੱਲ੍ਹਾ ਬਸ ਘਰ ਵਾਲਿਆਂ ਕਿਤੇ ਨਹੀਂ ਬਲਦਾ। ਇਹ ਚੁੱਲ੍ਹਾ ਸਾਰੇ ਜਹਾਨ ਦਾ ਆਦਰ ਹੈ। ਰਤੜੀ ਦੇ ਵਿਹੜੇ ਵਿੱਚ ਚੁੱਲ੍ਹਾ ਵਿਸਮਿਆ ਪਿਆ ਹਾ। ਉਹਦੇ ਘਰ ਵਿੱਚ ਉਹਦੇ ਇਕੱਠੇ ਉਹਦਾ ਪਏ ਸਾਖਾ ਡੂਬਾਲ ਲਾਲੀ ਤੇ ਲੱਠਾ ਤੇ ਮਾਂ ਪਿਓ ਰਾਖੜੀ ਤੇ ਧਾਰਾ ਰਾਂਦੇ ਹਨ। ਉਹਦੇ ਮਾਂ ਪਿਓ ਲੂਣ ਬਣੇਦੇ ਬਦਲੇ ਜਾਂ ਗੱਠਾਂ ਦਾ ਕੰਮ ਕਰੇਂਦੇ ਤੇ ਉਹ ਸ਼ੀਸ਼ੇ ਰੰਗੇਂਦੀ ਹੈ। ਬਾਲ ਹਾਲੇ ਨਿੱਕੇ ਤੇ ਵਿਹੜੇ ਵਿੱਚ ਖੇਡਦੇ ਹਨ। ਇਹ ਟੱਬਰ ਵੀ ਲੂਣੀ ਦੇ ਬਏ ਲੋਕਾਂ ਵਾਂਗੂ ਲੂਣਕਾ ਦੀ ਵੰਜੀਜ ਦੇ ਦੁੱਖ ਵਿੱਚ ਹਾ। ਉਹਨੇ ਦੀ ਕੰਨ ਤੇ ਨੀਲੜੀਆਂ ਕੱਛਾਂ ਥੀ ਗਈਆਂ ਹਨ। ਕਬੂਤਰ ਕਾਂ ਤੋਤੇ ਤੇ ਕਾਲ ਕੜਛਾਂ ਪਿਆ ਲਾਂਝਾ ਹਨ। ਉਹਨਾਂ ਸਾਰਿਆਂ ਪੱਖਿਆਂ ਕੋ ਵੀ ਚੁੱਲ੍ਹੇ ਦੀ ਲੋੜ ਹੈ। ਉਹਨਾਂ ਪੱਖਿਆਂ ਕੋ ਵੀ ਲੂਣਕਾ ਦੀ ਵੰਜੀਜ ਦੀ ਪੂਰੀ ਡਸ ਹੈ ਪਰ ਉਹਨਾਂ ਕੋ ਈ ਵੇਲੇ ਚੁੱਲ੍ਹੇ ਦੀ ਤਾਂਗ ਹੈ। ਉਹਨਾਂ ਪੱਖਿਆਂ ਕੋ ਵੀ ਲੂਣਕਾ ਦੀ ਵੰਜੀਜ ਦੀ ਪੂਰੀ ਡਸ ਹੈ ਪਰ ਉਹਨਾਂ ਕੋ ਈ ਚੁੱਲ੍ਹੇ ਦੀ ਤਾਂਗ ਹੈ। ਕਹੀਂ ਵੀ ਦੁੱਖ ਭਾਵੇਂ ਖੁਸ਼ੀ ਦੀ ਮਨੀਜ ਵਿੱਚ ਚੁੱਲ੍ਹੇ ਦੇ ਬਲਣ ਦੀ ਲੋੜ ਰਹਿਵੇਂਦੀ ਹੈ ਤੇ ਹਿੱਕ ਹਿੱਕ ਘਰ ਵਿੱਚ ਚੁੱਲ੍ਹਾ ਬਖਦਾ ਅਤੇ ਹਿੱਕ ਹਿੱਕ ਜੀ ਕਿਤੇ ਚੁੱਲ੍ਹਾ ਬਲਦਾ ਹੈ। ਇਹੋ ਚੁੱਲ੍ਹਾ ਸ਼ਾਹਰ ਕੋ ਵਸੇਂਦਾ ਤੇ ਅੱਗਾਂ ਟੁਰੇਂਦਾ ਹੈ। ਇਹੋ ਚੁੱਲ੍ਹਾ ਹੈ ਜਿਹੜਾ ਰੋਜ਼ ਦਿਹਾੜੀ ਦੇ ਕੱਚ ਵਿੱਚੋਂ ਜੀਵਨ ਦੀ ਮੱਤ ਪਕੇਂਦਾ ਹੈ। ਪੂਰੇ ਸ਼ਹਿਰ ਵਿੱਚ ਚੁੱਲ੍ਹੇ ਹਨ। ਹਰ ਘਰ ਵਿੱਚ ਜੀ ਹਨ। ਅੱਜ ਸਾਰਿਆਂ ਕੋ ਲੂਣਕਾ ਦੇ ਲੂਣੀ ਵਿੱਚ ਨਾ ਹੋਵਣ ਦਾ ਦੁੱਖ ਹਾ ਪਰ ਇਹ ਦੁੱਖ ਕੋ ਚੁੱਲ੍ਹੇ ਦੀ ਭਾ ਸੋਘਾ ਕਰ ਸਕਦੀ ਹੈ। ਦੁਪਹਿਰ ਢਲੇ ਲੂਣੀ ਦੀ ਇੱਕ ਤਰੇਮਤ ਪੋਪਲ ਦੀ ਛੱਤ ਤੇ ਕਾਂ ਕਰਕਿਆ ਅਤੇ ਉਹ ਸ਼ਹਿਰ ਦਾ ਪਹਿਲਾ ਚੁੱਲ੍ਹਾ ਬਾਲਿਆ। ਦੀਗਰ ਵੇਲਾ ਥੀ ਗਿਆ। ਲੋਕ ਆਪਣੇ ਘਰੋਂ ਨਿਕਤੇ ਤੇ ਗਲੀਆਂ ਚੌਕਾਂ ਬਾਜ਼ਾਰਾਂ ਵਿੱਚੋਂ ਥੀਂਦੇ ਲੰਬਿਆਂ ਦੁਕਾਨਾਂ ਦੇ ਦਰਵਾਜ਼ਿਆਂ ਕੋ ਲੰਘਦੇ ਲੂਣਕਾ ਦੇ ਘਰ ਸਾਹਮਣੇ ਇਕੱਠੇ ਥੀ ਗਏ। ਲੂਣਕਾ ਉਹਨਾਂ ਦੇ ਰੋਜ਼ ਦੇ ਕੰਮੇ ਦੀ ਅਟਕਲ ਅਤੇ ਨਿੱਤ ਦੇ ਰਿਜ਼ਕ ਦਾ ਵਧਾਰਾ ਹਾ। ਲੂਣਕਾ ਉਹਨਾਂ ਦੀ ਆਹਾਰ ਅਤੇ ਜੀਵਤਕਾਰੀ ਦੀ ਡਸ ਹਾ। ਉਹਨਾਂ ਮੂੰਹ ਲੂਣਕਾ ਦੇ ਘਰ ਤੋਂ ਕੀਤਾ ਅਤੇ ਉਹਨਾਂ ਦੀਆਂ ਅੱਖੀਂ ਬੱਲਿਆਂ। ਇੱਕ ਫੇਰੀ ਉਹਨਾਂ ਅੱਖੀਂ ਵਿੱਚ ਲੂਣ ਦੀ ਫੇਂਗ ਕੋ ਸੰਭਲਿਆ ਪਰ ਅੱਖੀਂ ਈ ਤਰ੍ਹਾਂ ਭਵਾਇਆ ਜੋ ਫੇਂਗ ਅੱਖੀਂ ਦੀ ਨੁੱਕਰ ਵਿੱਚ ਛਹਿ ਗਈ। ਅਗਲੇ ਝਟ ਜਾਪਿਆ ਜੋ ਇੱਕ ਚੀਕ ਉਹਨਾਂ ਦੀ ਛਾਤੀ ਤੋਂ ਤਾਲੂ ਤੋਂ ਪਈ ਨਿਸਰਦੀ ਹੈ। ਇਹ ਚੀਕ ਅਚਣ ਚੇਤ ਤੇ ਹਿੱਕੇ ਵੇਲੇ ਨਿਸ਼ਾਬੁਰ ਪਈ ਥੀਂਦੀ ਹੈ। ਇਹ ਚੀਕ ਬਾਰੇ ਉਹਨਾਂ ਪਹਿਲੇ ਨਾ ਸੋਚਾ ਹਾ। ਉਹ ਖੁਦ ਵੀ ਨਾ ਜਾਣਦੇ ਹਨ ਜੋ ਇਹ ਚੀਕ ਉਹਨਾਂ ਦੇ ਚੇਤੇ ਦੇ ਕਿਹੜੇ ਝਾਲੇ ਵਿੱਚ ਖੜੀ ਹੈ। ਇਹ ਸਭ ਕੁਝ ਆਪੋ ਆਪ ਪਿਆ ਥੀਂਦਾ ਹਾ। ਇਹ ਲੂਣੀ ਵਿੱਚ ਪਹਿਲੀ ਫੇਰੀ ਏਡੀ ਉੱਚੀ ਅਤੇ ਸਾਂਝੀ ਇੱਕ ਚੀਕ ਲੋਕਾਂ ਦੇ ਤਾਲੂ ਤੇ ਪਈ ਪੁੱਜਦੀ ਹੈ। ਇਹ ਚੀਕ ਲੂਣੀ ਦੀ ਹਯਾਤੀ ਵਿੱਚ ਇੱਕ ਵਾਕਿਆ ਪਈ ਬਣਦੀ ਹੈ। ਉਹਨਾਂ ਘਰੋਂ ਟੁਰਦਿਆਂ ਨਾ ਸੋਚਾ ਜੋ ਲੂਣੀ ਦੀ ਗੁਜ਼ਰਾਨ ਵਿੱਚੋਂ ਉਹ ਇੱਕ ਸਾਂਝੀ ਚੀਕ ਦੋ ਵਹਿੰਦੇ ਪੈਣ। ਇਹ ਚੀਕ ਛਾਤੀ ਵਿੱਚੋਂ ਨਿਸਰੀ ਤਾਲੂ ਤਈ ਪੁੱਜੀ ਪਰ ਮੂੰਹੋਂ ਬਾਹਰ ਨਾ ਨਿਕਤੀ। ਸ਼ਾਮ ਥੀ ਗਈ। ਇਹ ਲੂਣੀ ਵਿੱਚ ਨਾਟਕ ਦਾ ਵੇਲਾ ਹਾ ਪਰ ਈ ਘੜੀ ਨਾਟਕ ਘਰ ਦਾ ਵੱਡਾ ਬੂਹਾ ਬੰਦ ਹਾ। ਉਹ ਰੋਜ਼ ਦੀ ਵਹੀਦ ਵਿੱਚੋਂ ਨਾਟਕ ਘਰ ਦੇ ਚਬੂਤਰੇ ਦੀਆਂ ਪੌੜੀਆਂ ਤੇ ਬੈਠੇ ਹਨ। ਉਹਨਾਂ ਆਪਣੀ ਹਯਾਤੀ ਦੇ ਬਹੁਤ ਸਾਰੇ ਸੋਭ ਇਹ ਨਾਟਕ ਵਿੱਚੋਂ ਸਮਝੇ ਹਨ। ਇਹ ਸ਼ਹਿਰ ਦਾ ਨਕਸ਼ਾ ਗਲੀਆਂ ਦੇ ਦਰਖਤ ਫੁੱਲ ਤੇ ਪੱਖੀ ਪਰਨੇਵੇ ਸ਼ਹਿਰ ਬਾਹਰੋਂ ਘਾਟੀ ਸਾਵਿਲ ਬਦਲੇ ਦੀਆਂ ਗੱਠਾਂ ਤੇ ਖਿਮਣ ਲੂਣ ਤੇ ਸ਼ੀਸ਼ਾ ਬਣਾਉਣ ਦੀ ਅਟਕਲ
हर शय ई नाटक विचों टुरी है। ई वेले लूणका दी वंजीज दी तंद पई हल्दी है ते कल शाम तू नाटक दा बूहा बंद हा। सारंग उठ्या, नाटक घर दी छत दियां पौड़ियां चढ़िया ते नाटक घर दे मत्थे ते भेर जेड़ा दीवा उबालिया ते वक्त बूहा खोल लिता। अज लूणका कू वञी जे ॾाहवां दी हा। इहा नाटक दी रीत है ਜਿਹੜੀ ਦੁੱਖ ਕੂ ਖੇਡ ਕਰ ਹਯਾਤੀ ਕਰ ਦਿੰਦੀ ਹੈ। ਇਹ ਵਾਂਧ ਹੈ ਜੋ ਲੂਣੀ ਵਿੱਚ ਚੁੱਲ੍ਹੇ ਤੇ ਦੀਵੇ ਬਲ ਗਏ ਹਨ। ਹਯਾਤੀ ਉਵੇਂ ਟੁਰ ਪਈ ਤੇ ਨਾਟਕ ਉਵੇਂ ਜੁੜ ਗਿਆ ਹਾ। ਇਸ ਸ਼ਹਿਰ ਵਿੱਚ ਨਿਸਰਾ ਦਾ ਘਰ ਹਾ। ਉਹਦਾ ਪੈ ਸੁਧਾਰਨ ਬਦਲੇ ਦੇ ਗੱਠੇ ਦਾ ਸੌਦਾਗਰ ਹਾ, ਜਿਹਦੀ ਹੱਟੀ ਤੇ ਗੁਦਾਮ ਵਿੱਚ ਨੀਲੇ ਅਤੇ ਸਾਵੇ ਸ਼ੀਸ਼ਿਆਂ ਦਾ ਕੰਮ ਹਾ। ਉਹਦੀ ਹੱਟੀ ਵਿੱਚ ਸਾਰਾ ਦਿਨ ਬਾਰਸ਼ੇ ਬਦਲੇ ਦਿਆਂ ਗੱਠੇ ਲਾਂਦੇ ਤੇ ਚੜ੍ਹਦੇ ਹਨ। ਇਹ ਇੱਕ ਮਲੂਕ ਕੰਮ ਹਾ ਜੋ ਬਦਲੇ ਦੇ ਅੰਦਰ ਖਿਮਣ ਦੀ ਤੰਦ ਜੀਵਤ ਹੁੰਦੀ ਹੈ। ਇਹ ਇੱਕ ਅਲਾਦੀ ਕੀਮਿਆ ਹੈ ਜਿਹੜੀ ਇਹ ਸ਼ਹਿਰ ਲੂਣਕਾ ਤੋਂ ਲੱਦੀ ਹੈ। ਨਿਸਰਾ ਦਾ ਘਰ ਸ਼ਹਿਰ ਦੇ ਚੌਕ ਤੋਂ 8ਵੀਂ ਗਲੀ ਵਿੱਚ ਹਾ। ਚੌਕ ਤੋਂ 8ਵੀਂ ਗਲੀ ਵਿੱਚ ਹਾ, ਜਿਹਦੇ ਅੱਗੋਂ ਸਾਵਿਆਂ ਪੌੜਿਆਂ ਤੇ ਖੱਟੇ ਸ਼ੀਸ਼ਿਆਂ ਦਾ ਸਾਂਝਾ ਇੱਕ ਹਮਾਮ ਹਾ ਤੇ ਅੱਗੋਂ ਵਤ ਨਵੀਂ ਗਲੀ ਸ਼ੁਰੂ ਥींदी है। निसरा सारंग ते सभाई दी धी है जेड़ी सुधारण को परनी ते लूणका दी प्रीतन है। उनके घर दा वड्डा बूहा आसमानी नीले शीशे दा ते ताकड़ियां विच ए नीला रंग घाटा थी वेंदा हा। इस शहर विच शीशा बनावण ते रंगण दे कई कारीगर हन, जिन्हां दा बनाया ते रंगिया होया शीशा मुल्क दर मुल्क वेंदा हा। निसरा दे घर दे बूहियां ते ताकड़ियां दा शीशा खास रतड़ी सितरिया ते लाया हा। अगों दूहे पासों 5-5 कमरे हन ते फर्श चिपटे शीशे दी जुड़त हा। इस शहर दा ਇਹ ਪਹਿਲਾ ਫਰਸ਼ ਆ ਜਿਹਦੇ ਵਿੱਚ ਦੋ ਲੂਣੇ ਸ਼ੀਸ਼ਿਆਂ ਦਾ ਵਿਚਕਾਰ ਬਦਲੇ ਦੀ ਕੀਮਿਆ ਅੱਧ ਕਾਣਾ ਮੁਰੱਬਾ ਦੀ ਸਿਲ ਬਣ ਗਈ ਹੈ। ਇਹ ਘਰ ਬਣਿਆ ਤੇ ਨਿਸਰਤ ਤੇ ਸੁਧਾਰਨ ਸਭ ਤੋਂ ਪਹਿਲੇ ਲੂਣਕਾ ਕੋ ਸੱਜਿਆ ਤੇ ਲੂਣਕਾ ਉਹਦੀ ਨਿਸਰਾ ਕੋ ਖਾਬੇ ਦੀ ਵੁਣਤ ਦਾਨ ਕੀਤੀ। ਨਿਸਰਾ ਨਾਟਕ ਵਿੱਚ ਕੰਮ ਕਰਦੀ ਹੈ। ਉਹ ਸਾਂਗ ਤੇ ਬਹਿਰੂਪ ਇਨਸਾਨੀ ਚੇਤੇ ਦੀਆਂ ਤਲਵੀਆਂ ਚੁੰਡਾਂ ਵਿੱਚੋਂ ਬਖਦੇ ਹਨ ਅਤੇ ਰੋਜ਼ ਦਿਹਾੜੀ ਦੇ ਕੰਮੇ ਵਿੱਚ ਰਲ ਵਹਿੰਦੇ ਹਨ। ਉਹ ਨਾਟਕ ਦੀ ਰੂਹ ਹੈ ਜਿਹੜੀ ਕੱਪੜੇ ਪਹਿਨਦੀ, ਸਿੰਗਾਰ ਕਰੇਂਦੀ ਤੇ ਖੇਡ ਜਗੇਂਦੀ ਹੋਈ ਨਜ਼ਰਦੀ ਹੈ। ਉਹ ਆਪਣੇ ਅਰੂਪ ਕੂ ਰੂਪ ਤੇ ਅਵਾਂਗ ਕੂ ਸਵਾਂਗ ਕਰ ਸਕਦੀ ਹੈ। ਉਹ ਦੀਗਰ ਨਾਲ ਨਾਟਕ ਘਰ ਪੁੱਜਦੀ ਜੋ ਇਜਾ ਜਾ ਉਹਦੀ ਉਡੀਲ ਕੂ ਮੁਹਾਂਦਰਾ ਦਿੰਦੀ ਹੈ। ਇਜਾ ਉਹ ਜਾ ਹੈ ਜਿੱਥਾਂ ਉਹ ਰੂਪ ਦੇ ਘਰ ਬਣੇਂਦੀ, ਸਵਾਂਗ ਦੀਆਂ ਗਲੀਆਂ ਠਹਿੰਦੀ, ਪੋਥਿਆਂ ਦੀ ਸੈਲ ਕਰੇਂਦੀ ਹੈ। ਉਹ ਕੋ ਨਾਟਕ ਤੇ ਖਾਬ ਦੇ ਵਿਚਕਾਰ ਦੀ ਜਾਣਕਾਰੀ ਹੈ। ਉਹ ਆਪਣੇ ਖਾਬ ਕੂ ਨਾਟਕ ਤਈ ਘਿਨ ਆਂਦੀ ਅਤੇ ਨਾਟਕ ਕੂ ਖਾਬ ਵਿੱਚ ਰੰਗਲੀਆਂ ਨਿਸ਼ਾਨੀਆਂ ਬਧੇਂਦੀ ਹੈ। ਉਹ ਨਾਟਕ ਘਰ ਦੀਆਂ ਪੌੜੀਆਂ ਚੜ੍ਹਦੀ, ਵੱਡੇ ਬੂਹੇ ਤੇ ਕਾਠ ਦੀ ਥੜੀ ਤੋਂ ਲੰਘਦੀ ਆਪਣੇ ਸਵਾਂਗ ਖਾਨੇ ਵਿੱਚ ਵੰਝ ਬਾਂਦੀ ਹੈ। ਨਾਟਕ ਘਰ ਦੀਆਂ ਪੌੜੀਆਂ ਲੂਣ ਦੀਆਂ ਹਨ। ਇਹਨਾਂ ਪੌੜਿਆਂ ਕੂ ਰੋਹੇੜੇ ਦੇ ਫੁੱਲਾਂ ਦੇ ਵਰਤਾਰੇ ਗੁਲਾਬੀ ਕਰ ਦਿੱਤਾ ਹਾ। 20 ਪੌੜੀਆਂ ਚੜ੍ਹਨ ਪਿੱਛੋਂ ਚਬੂਤਰਾ ਹਾ ਜੈ ਅੱਗੋਂ ਨਾਟਕ ਦਾ ਵੱਡਾ ਬੂਹਾ ਅੰਦਰ ਖਾਨੇ ਖੁੱਲਦਾ ਹਾ। ਇਹ ਨਾਟਕ ਘਰ ਸ਼ਹਿਰ ਦੇ ਵੱਡੇ ਚੌਕੇ ਛਾ। ਇਹਦੇ ਹਰ ਪਾਸੋਂ ਬਾਜ਼ਾਰ ਵਾਂਦਾ ਹਾ ਤੇ ਕਾਰੀਗਰਾਂ ਦੀਆਂ ਹੱਟਾਂ, ਸਰਾਵਾਂ ਤੇ ਰੈਸਤੋਰਾਨ ਹਨ। ਬਾਜ਼ਾਰ ਵਿੱਚੋਂ ਲੰਘਦਿਆਂ ਨਾ ਲੱਗਦਾ ਹਾ ਜੋ ਇਹਦਾ ਚਬੂਤਰਾ ਏਡਾ ਵੱਡਾ ਹੋ ਸੀ। ਪੌੜੀਆਂ ਚੜ੍ਹਦਿਆਂ ਨਾ ਜਾਪਦਾ ਹਾ ਜੋ ਅੱਗੋਂ ਏਡੀ ਖੁੱਲ ਹੈ। ਇਹ ਚਬੂਤਰੇ ਤੇ ਸ਼ਹਿਰ ਪੂਰਾ ਸੰਭਲਦਾ ਹਾ। ਇੱਕ ਸ਼ਹਿਰ ॿिया आ वञे हा त ऊंधी भी समान रही। अंदरू नाटक घर उभे तो लम्बे तई दरिगा हा। उभे थिर 7 पौड़ी थड़ी दिभार ते ढिलाह तई वेंदी है। थड़ी ते बदले ते लूण दी कीमिया विचों फर्श हा। कंध ते शीशा दी इंजी आरकारी है जंहिं विच झाल न पौंदी है। ਇਹ ਚੁੱਪ ਸ਼ੀਸ਼ੇ ਹਨ ਜਿਹੜੇ ਖਿਰਕਾਰੇ ਕੂ ਖੇਡ ਦੀ ਤਰਸੱਲਾ ਪੂਰੀ ਦਿੰਦੇ ਹਨ। ਸ਼ੀਸ਼ਾ ਕੋ ਚੁੱਪ ਰੱਖਣ ਔਖਾ ਇੱਕ ਕੰਮ ਹਾ। ਸ਼ੀਸ਼ਾ ਹਮੇਸ਼ਾ ਸਾਹਮਣੇ ਥੀਂਦੇ, ਲੜਾਈ ਲੜਦੇ। ਸ਼ੀਸ਼ੇ ਦੀ ਆਪਣੀ ਯੁੱਧ, ਆਪਣੀਆਂ ਚਾਲਾਂ ਤੇ ਆਪਣੀ ਹਾਰ ਜਿੱਤ ਹੈ। ਪਰ ਇਹ ਨਾਟਕ ਦੀਆਂ ਕੰਧਾਂ ਦੇ ਸ਼ੀਸ਼ੇ ਸ਼ਾਂਤ ਹਨ।
ਇਹ ਸ਼ੀਸ਼ੇ ਖੇਡ ਨੂੰ ਅੱਗਾਂ ਟੁਰੇਂਦੇ ਹਨ ਜੋ ਖੇਡ ਹਯਾਤੀ ਵਿੱਚ ਰਲ ਵञे ਤੇ ਤੁਰਟ ਭੱਜ ਅੱਗੂ ਲੋਕਾਂ ਦੀ ਸੰਭਾਲ ਕਰੇ। ਥੜੀ ਅੱਗੂ ਮੋਕਲੀ ਤੇ ਦਰਿਗੀ ਇੱਕ ਲੰਘ ਹਈ ਜਿਹੜੀ ਹਮੇਸ਼ ਦੀਆਂ ਝੰਡਾਂ ਤਾਈਂ ਵੇਦੀ ਹਈ ਜਿੱਥਾਂ ਨਾਟਕ ਦਾ ਦੂਜਾ ਬੂਆ ਹਾ। ਇਹ ਲੰਘ ਦੇ ਦੋਵੇਂ ਪਾਸੋਂ ਲੱਕੜ ਦੀਆਂ ਕੁਰਸੀਆਂ ਹਨ ਜਿਨ੍ਹਾਂ ਉੱਤੇ ਬਦਲੇ ਦੇ ਗਦੇਲੇ ਹਨ। ਹਰ 10 ਕੁਰਸੀਆਂ ਦੀ ਕਤਾਰ ਅੱਗੋਂ ਵੱਧ ਇੱਕ ਮੋਕਲੀ ਲੰਘ ਹਈ। ਇਹ ਕੁਰਸੀਆਂ ਕਿਹ ਤੀ वेंदियां ਹਨ ਕਹੀਂ ਕੋ ਨਾ ਪਤਾ ਹਾ। ਅੰਦਰੋਂ ਇਹ ਨਾਟਕ ਘਰ ਕਿਹ ਤਾਣੀ ਪੁੱਜਦਾ ਹਾ ਕਹੀਂ ਕੋ ਨਾ ਖਬਰ ਹਈ। ਤਾਜ਼ਾ ਹਵਾ ਕਿਤੇ ਕਿੱਥਾਂ ਕਿੱਥਾਂ ਵਲੀਕੇ ਹਨ ਕਹੀਂ ਕੋ ਨਾ ਦੱਸ ਹਈ। ਬੱਤਿਆਂ ਕਿੱਥੋਂ ਕਿੱਥੋਂ ਬਲਦਿਆਂ ਵੀ ਸਮਝਿਆ ਹਨ ਕਹੀਂ ਕੋ ਨਾ ਕੱਲ ਹਈ। ਨਾਟਕ ਦੀ ਥੜੀ ਪਿੱਛੋਂ ਸਵਾਂਗ ਦਰ ਸਵਾਂਗ ਤੇ ਪੋਥੀ ਦਰ ਪੋਥੀ ਕੋਠੇ ਸ਼ੀਸ਼ਾ ਘਰ ਤੇ ਆਹਰ ਖਾਨੇ ਹਨ। ਰੂਪ ਹਨ, ਬਹਿਰੂਪ ਹਨ, ਕਿੱਸੇ ਹਨ, ਕਹਾਣੀਆਂ ਹਨ, ਜੀਵਨਕਾਰੀ ਦਾ ਜਹਾਨ ਹਾ। ਅੰਦਰੋਂ ਸਾਂਗ ਘਰੇ ਵਿੱਚ ਬੋਲਣ ਵਾਲੇ ਸ਼ੀਸ਼ੇ ਹਨ। ਇਹ ਖਿਰਕਾਰੇ ਨਾਲ ਭਿੜਦੇ ਹਨ, ਇਹ ਮੂੰਹ ਨਾਲ ਮੂੰਹ ਭਿੜੇਂਦੇ ਹਨ, ਅੱਖ ਅੱਗੋਂ ਅੱਖ ਝਿਪਕੇਂਦੇ ਹਨ। ਨਿਸਰਾ ਦੀਗਰ ਨਾਲ ਨਾਟਕ ਘਰ ਪੁੱਜਾ ਹੀ ਹਈ। ਸਾਰੰਗ ਤੇ ਉਹਦੇ 8-10 ਸੰਗਤੀ ਨਾਟਕ ਘਰ ਦੇ ਅੰਦਰ ਥੜੀ ਦੀਆਂ ਪੌੜੀਆਂ ਤੇ ਬੈਠੇ ਹਨ। ਉਹਨਾਂ ਉੱਠੀ ਕੇ ਨਿਸਰਾ ਕੋ ਆਦਰ ਦਿੱਤਾ। ਉਹ ਸਾਰਿਆਂ ਕੋ ਡਿੱਠਾ ਆਦਰ ਵਿੱਚ ਸਿਰ ਨਿਵਾਇਆ ਤੇ ਥੜੀ ਪਿੱਛੋਂ ਸਵਾਂਗ ਘਰ ਲੱਗੀ ਗਈ। ਲੂਣਕਾਂ ਦੇ ਵੰਜੀਜਣ ਤੋਂ ਪਹਿਲੇ ਦੀਆਂ ਖੇਡਾਂ ਦੇ ਨਾਲ ਨਾਲ ਨੂਣ ਦੀਆਂ ਨਵੀਆਂ ਕਿਆਰੀਆਂ ਤੇ ਗੁਲਾਬੇ ਦੀ ਖੇਡ ਪਈ ਕਥੀਂਦੀ ਹੈ। ਇਹ ਖੇਡ ਉਹਨਾਂ ਦੀ ਨਿੱਤ ਦੀ ਗੁਜ਼ਰਾਨ ਨਾਲ ਗੰਝੇ ਲਾਈ। ਇਹ ਲੂਣ ਦੇ ਗੁਲਾਬ ਮਿੱਟੀ ਦੀਆਂ ਸਿੱਲਾਂ ਤੋਂ ਸਸਤੇ ਪਵਨ ਹਾਂ ਤੇ ਇਹਨਾਂ ਦੀ ਖਪਤ ਬੇਅੰਤ ਹੈ। ਇਹ ਖੇਡ ਦੀ ਲਿਖਤ ਪੂਰੀ ਥੀ ਗਈ ਹੈ ਪਰ ਤਲਾਂ ਪ੍ਰਤੀ ਗਈਆਂ ਹਨ। ਜਿਹੜੀ ਦਮੀ ਲੂਣਕਾ ਵञी ਜਾ ਉਹ ਰਾਤ ਇਹ ਖੇਡ ਖਿੜਿਜਣੀ ਹੈ। ਇਹ ਖੇਡ ਦਾ ਨਵੇਂ ਸਿਰੋਂ ਆਹਰ ਪਿਆ ਸਿਤਰੀਂਦਾ ਅਤੇ ਸਾਂਗ ਪੈ ਗੰਢੀਂਦੇ ਹਨ। ਦੂ ਤਰੇਮਤੀ ਚਣੀ ਤੇ ਸੰਗਰੀ ਥੜੀ ਦੇ ਪੌੜਿਆਂ ਤੋਂ ਉੱਠੀ ਕੇ ਸਾਂਗ ਵਾਲੇ ਕਮਰੇ ਵਿੱਚ ਨਿਸਰਾ ਕੋਲ ਗਈਆਂ। ਨਿਸਰਾ ਕਮਰੇ ਦੇ ਕਾਠ ਤੇ ਬੈਠੀ ਹੈ। ਉਹ ਲੱਕੜ ਦੀ ਅਲਮਾਰੀਆਂ ਵਿੱਚੋਂ ਸਵਾਂਗ ਜਾਂ ਪੋਛਾਂ ਕੱਢੇਂਦੀ ਹੈ ਤੇ ਵੇਲਾ ਦਰ ਵੇਲਾ ਲੂਣਕਾ ਨਾਲ ਆਪਣੀ ਖੇਡ ਦੇ ਰੂਪ ਪਈ ਦੇਤੀ ਹੈ। ਸਹੀ ਇਹ ਹੈ ਪਹਿਲੀ ਦਰੀ ਲੂਣ ਦਾ ਜੀਵਨ ਘਰ ਦੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਨਾਵਲ ਦੀ ਅਗਲੀ ਦਰੀ ਯਾਨੀ ਦੂਜੀ ਦਰੀ ਵੱਲ ਕਈ ਬੇ ਵੇਲੇ ਘਿਨ ਕੇ ਹਾਜ਼ਰ ਥੀ ਸਾਂ। ਅੱਜ ਦੀ ਹਾਜ਼ਰੀ ਕਬੂਲ ਕਰੋ। ਆਪਣੇ ਦੋਸਤ ਆਪਣੇ ਹੋਸਟ ਗਜ਼ਨਫਰ ਅब्बास को इजाज़त ॾियो। रब सोने के हवाले।